हेलो स्टूडेंट्स, साडा अज का टॉपिक है पंजाब पॉलिटिक्स द स्टेट ऑफ प्रोविंशियल ऑटोनॉमी कि ਜਿਹੜੀ स्टेट ऑटोनॉमी की गल जो पंजाब पॉलिटिक्स विच कीती जाती है तो अज असी उस दे बारे विस्तारपूर्वक पढ़ांगे। पिछली वीडियो विच असी जम्मू एंड कश्मीर की स्टेट ऑटोनॉमी पॉलिटिक्स बारे पढ़िया सी ਅਤੇ इस मेरी सैकेंड वीडियो है स्टेट ऑटोनॉमी ते ਜਿਹੜੀ कि पंजाब पॉलिटिक्स ते बेस्ड है। तो स्टूडेंट सभी ने ध्यान नाल सुनना है ਅਤੇ ਜਿਹੜੇ ਹੁਣ ਆ ਰਹੇ एग्जाम आ रहे उस विच ਜਿਹੜਾ ਇਹ वाले कई ਜਿਹੜੇ टॉपिक है ਜਿਹੜੇ जिन्हें मेरे वीडियो विच बनाए जा रहे हैं सभी बहुत ही बेनिफिशियल ने। सो प्लीज़ स्टूडेंट्स इसनों फॉलो जरूर करियो ਅਤੇ लाइक सबसक्राइब ते शेयर जरूर करियो। लास्ट वीडियो विच स्टूडेंट असी पंजाब दी जम्मू एंड कश्मीर दी स्टेट ऑटोनॉमी दी गल कीती सी ਅਤੇ ਅੱਜ ਦੇ ਸਾਡੇ ਵੀਡੀਓ ਵਿੱਚ ਅਸੀਂ ਪੰਜਾਬ ਦੀ ਸਟੇਟ ਆਟੋਨੋਮੀ ਬਾਰੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਆਓ ਇੰਟਰੋਡਕਸ਼ਨ ਵਿੱਚ ਵੇਖ ਲੈਂਦੇ ਹਾਂ ਕਿ ਇੰਟਰੋਡਕਸ਼ਨ ਵਿੱਚ ਦੱਸਿਆ ਗਿਆ ਹੈ ਕਿ ਰਾਜ ਦੀ ਖੁਦ ਮੁਖਤਿਆਰੀ ਦਾ ਪ੍ਰਸ਼ਨ ਸੈਂਟਰ ਅਤੇ ਸਟੇਟ ਦੋਹਾਂ ਵਿੱਚ ਕੀ ਹੈ ਕਈ ਵਾਰੀ ਉੱਠ ਚੁੱਕਿਆ ਹੈ। ਆਫਟਰ 1967 ਤੋਂ ਬਾਅਦ ਕੀ ਹੈ ਇਹ ਜਿਹੜਾ ਪ੍ਰਸ਼ਨ ਹੈ ਕਾਫੀ ਧੀਮੀ ਗਤੀ ਨਾਲ ਸੀ ਪਰੰਤੂ ਹੁਣ ਕੀ ਹੈ ਕਾਫੀ ਤੇਜ਼ ਗਤੀ ਨਾਲ ਪੈਦਾ ਹੋ ਰਿਹਾ ਹੈ। ਕਿਉਂਕਿ ਉਸ ਸਮੇਂ ਕੀ ਹੈ ਕਾਂਗਰਸ ਦਾ ਕੇਰਲ ਨੂੰ ਥੋੜਾ ਸਮਾਂ ਛੱਡ ਕੇ ਸੈਂਟਰਲ ਅਤੇ ਸਟੇਟ ਵਿੱਚ ਕੀ ਹੈ ਸਾਰੇ ਦੋਨੋਂ ਜਗ੍ਹਾ ਕੀ ਹੈ ਕਿਸ ਦੀ ਸਰਕਾਰ ਸੀ ਕਾਂਗਰਸ ਦੀ ਸਰਕਾਰ ਸੀ ਅਤੇ ਜਿਸ ਕਾਰਨ ਕੀ ਹੈ ਸੈਂਟਰਲ ਮੰਨ ਲਓ ਸੈਂਟਰਲ ਅਤੇ ਸਟੇਟ ਵਿੱਚ ਦੋਹਾਂ ਵਿੱਚ ਕੀ ਹੈ ਇੱਕੋ ਸਰਕਾਰ ਹੋਵੇਗੀ ਤਾਂ ਉਹਨਾਂ ਦੀ ਵਿਚਾਰਧਾਰਾ ਸੇਮ ਹੋਵੇਗੀ ਕੰਮ ਕਰਨ ਦਾ ਢੰਗ ਇੱਕੋ ਜਿਹਾ ਹੋਵੇਗਾ ਜਿਸ ਕਾਰਨ ਕੀ ਹੈ ਦੋਨੋਂ ਸਰਕਾਰਾਂ ਆਪਸ ਵਿੱਚ ਮਿਲ ਕੇ ਕੰਮ ਕਰਨਗੀਆਂ ਜਿਸ ਨਾਲ ਏਕਤਾ ਆਵੇਗੀ। ठीक है परंतु अज के टाइम विच की है सेंट्रल विच कोई होर सरकार हुंदी है स्टेट विच कोई होर सरकार हुंदी है उन्हां दी विचारधारा अलग हुंदी है थिंकिंग अलग हुंदी है ते काम करन दा ढंग भी अलग हुंदा है जिस कारण की है दोनों सरकारां जिहड़ियां एक दूजे इक्को देश विच रह के सरकार नहीं चला पांदियां। ठीक है इस प्रकार की है डिफरेंट स्टेट है जिहड़ियां नहीं सरकार सेंट्रल नाल निभा कर पांदियां जां एक दूजे सरकार नाल जिहड़ी निभा नहीं कर पांदियां तां हरेक स्टेट है जिहड़ा ਇਹ प्रश्न उठांदा है कि सानू भी स्टेट ऑटोनॉमी दित्ती जावे। स्टेट ऑटोनॉमी ਦੀ ਜਦੋਂ ਗੱਲ ਉੱਠਦੀ ਹੈ ਤਾਂ ਕੀ ਹੈ ਹਰੇਕ ਸਟੇਟ ਚਾਹੁੰਦਾ ਹੈ ਕਿ ਉਸ ਵਿੱਚ ਸੈਂਟਰਲ ਵੱਲੋਂ ਕੋਈ ਦਖਲਅੰਦਾਜ਼ੀ ਨਹੀਂ ਕੀਤੀ ਜਾਵੇ। ਜਦੋਂ ਪੰਡਿਤ ਜਵਾਹਰ ਲਾਲ ਨਹਿਰੂ ਦੇ ਮਹਾਨ ਵਿਅਕਤੀਤਵ ਕਾਂਗਰਸ ਦੇ ਇਕੱਤਰ ਸ਼ਾਸਕ ਦੇ ਕਾਰਨ ਰਾਜ ਵਿੱਚ ਖੁਦ ਮੁਖਤਿਆਰੀ ਦੀ ਮੰਗ ਤੇ ਜ਼ਿਆਦਾ ਜ਼ੋਰ ਨਾਲ ਨਾ ਕੀਤੀ ਗਈ ਪਰੰਤੂ ਕੀ ਹੈ ਜਦੋਂ 1967 ਦੇ ਚੁਣਾਵ ਤੋਂ ਬਾਅਦ ਦੀ ਸਥਿਤੀ ਵਿੱਚ ਕੀ ਹੈ ਕਾਫੀ ਵੱਡਾ ਪਰਿਵਰਤਨ ਆਇਆ। ਕਿਵੇਂ ਆਇਆ ਕਿ ਕਈ ਸਟੇਟ ਵਿੱਚ ਕੀ ਕਾਂਗਰਸ ਦੀ ਹਾਰ ਹੋਈ ਅਤੇ ਕਈਆਂ ਵਿੱਚ ਕੀ ਹੈ ਗੈਰ ਕਾਂਗਰਸ ਸਰਕਾਰ ਦੀ ਸਥਾਪਨਾ ਹੋਈ। ਇਸ ਪ੍ਰਕਾਰ ਕੀ ਹੈ ਦੋਨਾਂ ਵਿੱਚ ਕੀ ਹੈ ਅਲੱਗ-ਅਲੱਗ ਸਰਕਾਰਾਂ ਹੋਈਆਂ ਸੈਂਟਰਲ ਵਿੱਚ ਅਲੱਗ ਹੋਈ ਸਟੇਟ ਵਿੱਚ ਅਲੱਗ ਹੋਈ। ਇਸ ਪ੍ਰਕਾਰ ਕੀ ਹੈ ਦੋਨਾਂ ਵਿੱਚ ਕੀ ਹੈ ਸੈਂਟਰਲ ਅਤੇ ਗੈਰ ਕਾਂਗਰਸੀ ਰਾਜ ਵਿੱਚ ਕੀ ਹੈ ਤਣਾਅ ਦੀ ਸਥਿਤੀ ਹੈ ਜਿਹੜੀ ਪੈਦਾ ਹੋ ਗਈ। ਰਾਜ ਸਰਕਾਰਾਂ ਵਾਲੇ ਖੁਦ ਮੁਖਤਿਆਰੀ ਦੀ ਮੰਗ ਕਰਨ ਲੱਗੇ ਅਤੇ ਇਸ ਤਰ੍ਹਾਂ ਕੀ ਹੈ ਪੰਜਾਬ ਵਿੱਚ ਅਕਾਲੀ ਦਲ ਅਤੇ ਜੰਮੂ ਕਸ਼ਮੀਰ ਵਿੱਚ ਕੀ ਹੈ ਨੈਸ਼ਨਲ ਕਾਂਗਰਸ ਦੁਆਰਾ ਜਿਹੜਾ ਸਟੇਟ ਵਿੱਚ ਖੁਦ ਮੁਖਤਿਆਰੀ ਦੀ ਪ੍ਰਸ਼ਨ ਕੀਤਾ ਜਾਣ ਲੱਗਾ। ਠੀਕ ਹੈ ਮੰਗ ਹੈ ਜਿਹੜੀ ਕੀਤੀ ਜਾਣ ਲੱਗੀ। ਆਓ ਸਭ ਤੋਂ ਪਹਿਲਾਂ ਹੁਣ ਅਸੀਂ ਜਾਣਦੇ ਹਾਂ ਸਟੇਟ ਆਟੋਨੋਮੀ ਹੁੰਦੀ ਕੀ ਹੈ। ਰਾਜਾਂ ਦੀ ਖੁਦ ਮੁਖਤਿਆਰੀ ਦਾ ਜਿਹੜਾ ਕੁਐਸਚਨ ਹੈ ਜਿਹੜਾ ਉਹ ਸਟੇਟ ਦੀ ਸੁਤੰਤਰਤਾ ਤਾਂ ਨਹੀਂ ਹੈ ਕਿ ਹਰੇਕ ਸਟੇਟ ਇਹ ਨਹੀਂ ਚਾਹੁੰਦਾ ਕਿ ਉਹਨਾਂ ਨੂੰ ਸੁਤੰਤਰ ਕਰ ਦਿੱਤਾ ਜਾਵੇ ਬਲਕਿ ਇਸ ਤੋਂ ਭਾਵ ਇਹ ਹੈ ਕਿ ਸਟੇਟ ਆਟੋਨੋਮੀ ਤੋਂ ਭਾਵ ਇਹ ਹੈ ਕਿ ਅੰਦਰੂਨੀ ਮਾਮਲਿਆਂ ਵਿੱਚ ਕੀ ਹੈ ਸੈਂਟਰਲ ਵੱਲੋਂ ਕੋਈ ਦਖਲਅੰਦਾਜ਼ੀ ਨਹੀਂ ਕੀਤੀ ਜਾਣੀ ਚਾਹੀਦੀ। ਭਾਵ ਕਿ ਸਟੇਟਸ ਜਿਵੇਂ ਮਰਜ਼ੀ ਆਪਣਾ ਕੰਮ ਚਲਾਉਂਦੀਆਂ ਰਹਿਣ ਜਿਵੇਂ ਮਰਜ਼ੀ ਆਪਣੀ ਪਾਵਰਸ ਦਾ ਯੂਜ਼ ਕਰਨ ਹੈ ਪਰੰਤੂ ਸੈਂਟਰਲ ਵੱਲੋਂ ਕੀ ਹੈ ਕਿਸੇ ਵੀ ਤਰ੍ਹਾਂ ਦਾ ਕੰਮ ਹੈ ਜਿਹੜਾ ਦਖਲਅੰਦਾਜ਼ੀ ਹੈ ਜਿਹੜੀ ਨਹੀਂ ਕੀਤੀ ਜਾਣੀ ਚਾਹੀਦੀ। ਇਹ ਗੱਲ ਦੱਸਣਯੋਗ ਹੈ ਕਿ ਜੇਕਰ ਮੰਨ ਲਓ ਕੋਈ ਸਟੇਟ ਵੱਲੋਂ ਕੋਈ ਗਵਰਨਮੈਂਟ ਵੱਲੋਂ ਕੋਈ ਫੈਸਲਾ ਆਉਂਦਾ ਹੈ ਤੇ ਸੈਂਟਰਲ ਵੱਲੋਂ ਕੋਈ ਫੈਸਲਾ ਆਉਂਦਾ ਹੈ ਤਾਂ ਜਿਹੜਾ ਸੈਂਟਰਲ ਵੱਲੋਂ ਜਿਹੜਾ ਫੈਸਲਾ ਦਿੱਤਾ ਜਾਵੇਗਾ ਉਸ ਦੀ ਮਨਜ਼ੂਰੀ ਸਾਰੀ ਸਟੇਟਸ ਨੂੰ ਮੰਨਣੀ ਪਵੇਗੀ।
ਠੀਕ ਹੈ। ਇਸ ਤਰ੍ਹਾਂ ਕੀ ਹੈ ਡਿਫਰੈਂਟ ਸਟੇਟ ਅਤੇ ਸਟੇਟਸ ਵੱਲੋਂ ਵੀ ਹੈ ਜਦੋਂ ਇਸ ਤਰ੍ਹਾਂ ਦੀ ਸੈਂਟਰਲ ਵੱਲੋਂ ਦਖਲ ਅੰਦਾਜ਼ੀ ਕੀਤੀ ਜਾਂਦੀ ਹੈ ਤਾਂ ਹਰੇਕ ਸਟੇਟ ਹੈ ਜਿਹੜਾ ਆਪਣੇ ਆਪ ਲਈ ਇੱਕ ਸਟੇਟ ਆਟੋਨੋਮੀ ਦੀ ਮੰਗ ਕਰਦਾ ਹੈ। ਸੋ ਇਸ ਪ੍ਰਕਾਰ ਅਸੀਂ ਵੇਖਦੇ ਹਾਂ ਕਿ ਜਿਹੜੀ ਸਟੇਟ ਆਟੋਨੋਮੀ ਹੈ ਜਿਹੜੀ ਉਸ ਹਰੇਕ ਵਰਗ ਹੈ ਜਿਹੜਾ ਸਟੇਟ ਆਟੋਨੋਮੀ ਤੋਂ ਖੁਸ਼ ਨਹੀਂ ਹੁੰਦਾ। ਠੀਕ ਹੈ, ਉਹਨਾਂ ਵੱਲੋਂ ਕਈਆਂ ਵੱਲੋਂ ਕੀ ਹੈ ਉਹ ਕਹਿੰਦੇ ਹਨ ਕਿ ਨਾ ਤਾਂ ਸਾਨੂੰ ਪ੍ਰੋਪਰ ਨੋ ਜਸਟਿਸ ਮਿਲਿਆ, ਨੋ ਪੀਸ ਮਿਲੀ ਐਂਡ ਨੋ ਸਟੇਟ ਆਟੋਨੋਮੀ ਮਿਲੀ। ਭਾਵ ਕਿ ਹਰੇਕ ਵਰਗ ਹੈ ਜਿਹੜਾ ਉਹ ਸਟੇਟ ਆਟੋਨੋਮੀ ਤੋਂ ਖੁਸ਼ ਨਹੀਂ ਹੁੰਦਾ। ਕਿਉਂਕਿ ਕੁਝ ਵਿਸ਼ੇਸ਼ ਜਿਹੜੇ ਵਰਗ ਹੁੰਦੇ ਹਨ ਜਿਹੜੇ ਕਿ ਜਿਨ੍ਹਾਂ ਦੇ ਹੱਥਾਂ ਵਿੱਚ ਪਾਵਰ ਹੁੰਦੀ ਹੈ ਉਹ ਆਪਣੀ ਪਾਵਰ ਨੂੰ ਕਈ ਵਾਰ ਕੀ ਹੈ ਆਪਣੇ ਜਿਹੜੇ ਸਵਾਰਥਾਂ ਦੀ ਪੂਰਤੀ ਲਈ ਜਿਹੜੀ ਸਟੇਟ ਸੈਂਟਰਲ ਵੱਲੋਂ ਆਪਣੀ ਪਾਵਰ ਦਾ ਜਿਹੜਾ ਖੁੱਲਾ ਯੂਜ਼ ਕਰਨ ਲਈ ਕੀ ਹੈ ਸਟੇਟ ਆਟੋਨੋਮੀ ਦੀ ਮੰਗ ਕਰਦੇ ਹਨ। ਠੀਕ ਹੈ, ਜਿਸ ਕਾਰਨ ਕੀ ਹੈ ਨਾ ਤਾਂ ਲੋਕਾਂ ਨੂੰ ਪ੍ਰੋਪਰ ਜਸਟਿਸ ਮਿਲਦਾ ਨਾ ਪੀਸ ਮਿਲਦਾ। ਕਿਉਂਕਿ ਡਿਫਰੈਂਟ ਸਟੇਟ ਜਦੋਂ ਆਪਣੀ ਪਾਵਰਸ ਦਾ ਯੂਜ਼ ਕਰਕੇ ਆਪਣੀ ਮਨਮਾਨੀ ਕਰਦੀਆਂ ਹਨ ਤਾਂ ਕੀ ਹੈ ਸ਼ੋਸ਼ਣ ਕਿਸ ਦਾ ਹੁੰਦਾ ਹੈ, ਆਮ ਜਨਤਾ ਦਾ, ਗਰੀਬ ਜਨਤਾ ਦਾ, ਜਿਹੜੇ ਕਿ ਆਪਣੇ ਲਈ ਨਾ ਤਾਂ ਪ੍ਰੋਪਰ ਜਸਟਿਸ ਲੈ ਸਕਦੇ ਹਨ ਨਾ ਪ੍ਰੋਪਰ ਪੀਸ ਲੈ ਸਕਦੇ ਹਨ। ਇਸ ਪ੍ਰਕਾਰ ਕੀ ਹੈ ਅਲੱਗ-ਅਲੱਗ ਵਰਗਾਂ ਦੁਆਰਾ ਕਈ ਵਾਰੀ ਕੀ ਹੈ ਜਦੋਂ ਸਟੇਟ ਆਟੋਨੋਮੀ ਜਿਹੜੀ ਸੈਂਟਰ ਵੱਲੋਂ ਨਹੀਂ ਦਿੱਤੀ ਜਾਂਦੀ ਤਾਂ ਕੀ ਕਈ ਪ੍ਰਕਾਰ ਦੇ ਦੰਗੇ ਫਸਾਦ ਕੀਤੇ ਜਾਂਦੇ ਹਨ। ਕਈਆਂ ਵੱਲੋਂ ਮਨ ਪਰਵਰਤ ਕੀਤੇ ਜਾਂਦੇ ਹਨ, ਹੜਤਾਲਾਂ ਕੀਤੀਆਂ ਜਾਂਦੀਆਂ ਹਨ, ਜਲੂਸ ਨਿਕਾਲੇ ਜਾਂਦੇ ਹਨ। ਇਸ ਤਰ੍ਹਾਂ ਕੀ ਹੈ ਉਹ ਡਿਫਰੈਂਟ ਤਰੀਕਿਆਂ ਨਾਲ ਸੈਂਟਰਲ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਪ੍ਰਕਾਰ ਅਸੀਂ ਵੇਖਦੇ ਹਨ ਕਿ ਜਿਸ ਪ੍ਰਕਾਰ ਕਿ ਜੰਮੂ ਕਸ਼ਮੀਰ ਹੈ, ਇੱਥੇ ਪੰਜਾਬ ਹੈ। ਇਸ ਤਰ੍ਹਾਂ ਕਿ ਡਿਫਰੈਂਟ ਸਟੇਟਸ ਵੱਲੋਂ ਜਿਹੜੀਆਂ ਸਟੇਟ ਆਟੋਨੋਮੀ ਦੀ ਗੱਲ ਹੈ ਜਿਹੜੀ ਆਪਣੇ ਫਾਇਦੇ ਲਈ ਜਾਂ ਕੀ ਹੈ ਕਈ ਆਪਣਾ ਵਜੂਦ ਬਚਾਉਣ ਲਈ, ਕਈ ਆਪਣੇ ਕਲਚਰ ਨੂੰ ਬਚਾਉਣ ਲਈ, ਕਈ ਆਪਣੇ ਸੱਭਿਆਚਾਰ ਨੂੰ ਬਚਾਉਣ ਲਈ ਜਿਹੜੀ ਡਿਫਰੈਂਟ ਤਰੀਕਿਆਂ ਨਾਲ ਜਿਹੜੀ ਸਟੇਟ ਆਟੋਨੋਮੀ ਦੀ ਗੱਲ ਹੈ ਜਿਹੜੀ ਸੈਂਟਰਲ ਵੱਲੋਂ ਕਰਦੇ ਹਨ। ਅਤੇ ਸੈਂਟਰਲ ਹੈ ਜਿਹੜੀ ਕਈ ਵਾਰੀ ਤਾਂ ਕਿਸੇ ਸਟੇਟ ਦੀ ਜਿਹੜੀ ਜਾਇਜ਼ ਮੰਗ ਹੁੰਦੀ ਹੈ ਉਹਨਾਂ ਨੂੰ ਸਵੀਕਾਰ ਕਰ ਲੈਂਦੀ ਹੈ, ਪਰੰਤੂ ਕੀ ਹੈ ਜੇਕਰ ਸੈਂਟਰ ਵੱਲੋਂ ਇਸ ਦੀ ਮੰਗ ਹੈ ਜਿਹੜੀ ਪੂਰੀ ਨਾ ਕੀਤੀ ਜਾਵੇ ਤਾਂ ਡਿਫਰੈਂਟ ਜਿਹੜੇ ਵਰਗ ਹੁੰਦੇ ਹਨ ਉਹ ਇਸ ਦਾ ਕੀ ਹੈ ਬਹਿਸ਼ਕਾਰ ਕਰਦੇ ਹਨ। ਸੈਂਟਰਲ ਵੱਲੋਂ ਜਿਹੜੇ ਵੀ ਫੈਸਲੇ ਆਉਂਦੇ ਹਨ ਉਹਨਾਂ ਦਾ ਬਹਿਸ਼ਕਾਰ ਕਰਦੇ ਹਨ, ਜਿਸ ਕਾਰਨ ਕੀ ਹੈ ਸੈਂਟਰਲ ਅਤੇ ਸਟੇਟ ਵਿਚਕਾਰ ਕੀ ਹੈ ਜਿਹੜੇ ਰਿਲੇਸ਼ਨ ਹੈ ਉਹ ਹੋਰ ਜ਼ਿਆਦਾ ਖਰਾਬ ਹੁੰਦੇ ਜਾਂਦੇ ਹਨ। ਇਸ ਤਰ੍ਹਾਂ ਕੀ ਹੈ ਜਿਵੇਂ ਅਸੀਂ ਸੰਘ ਸੂਚੀ, ਰਾਜ ਸੂਚੀ ਅਤੇ ਸਮਵਰਤੀ ਸੂਚੀਆਂ ਬਾਰੇ ਪੜ੍ਹਦੇ ਹਨ ਕਿ ਸੰਘ ਸੂਚੀ ਵਿੱਚ ਸੈਂਟਰਲ ਦੇ ਵਿਸ਼ੇ ਹੁੰਦੇ ਹਨ ਜਿਸ ਤੇ ਸੈਂਟਰਲ ਕਾਨੂੰਨ ਬਣਾ ਸਕਦੀ ਹੈ, ਰਾਜ ਸੂਚੀ ਵਿੱਚ ਰਾਜ ਸਰਕਾਰ ਅਤੇ ਸੰਘਵਰਤੀ ਸੂਚੀ ਵਿੱਚ ਕੀ ਹੈ ਸੈਂਟਰਲ ਅਤੇ ਸਟੇਟ ਦੋਨੋਂ ਮਿਲ ਕੇ ਪਾਵਰਸ ਦਾ ਯੂਜ਼ ਕਰਦੇ ਹਨ। ਪਰੰਤੂ ਵਰਤਮਾਨ ਸਮੇਂ ਕੀ ਹੈ ਗਠਬੰਧਨ ਦੀਆਂ ਸਰਕਾਰਾਂ ਹੈ ਜਿਹੜੀਆਂ ਉਹ ਕੰਮ ਕਰਦੀਆਂ ਹਨ, ਜਿਸ ਅਧੀਨ ਕੀ ਹੈ ਸੈਂਟਰਲ ਹੈ ਜਿਹੜਾ ਆਪਣਾ ਪ੍ਰਭਾਵ ਹੈ ਜਿਹੜਾ ਸਟੇਟਸ ਤੇ ਥੋਪਦੀਆਂ ਹਨ। ਚਾਹੇ ਕਈ ਵਾਰੀ ਹੁੰਦਾ ਹੈ ਵੀ ਕੋਈ ਫੈਸਲਾ ਸਹੀ ਵੀ ਹੁੰਦਾ ਹੈ, ਪਰੰਤੂ ਕਈ ਵਾਰੀ ਕੀ ਹੈ ਗਲਤ ਫੈਸਲੇ ਦੇ ਅਧੀਨ ਵੀ ਕੀ ਹੈ ਸਟੇਟਸ ਨੂੰ ਸੈਂਟਰਲ ਦੀ ਗੱਲ ਮੰਨਣੀ ਪੈਂਦੀ ਹੈ ਅਤੇ ਉਹਨਾਂ ਦੀ ਪਾਵਰਸ ਦੇ ਅਕੋਰਡਿੰਗ ਹੀ ਉਹਨਾਂ ਨੂੰ ਆਪਣਾ ਕੰਮ ਕਰਨਾ ਪੈਂਦਾ ਹੈ, ਜਿਸ ਅਧੀਨ ਕੀ ਹੈ ਸੈਂਟਰਲ ਅਤੇ ਸਟੇਟ ਵਿੱਚ ਕੀ ਹੈ ਟਾਈਮ ਟੂ ਟਾਈਮ ਰਿਲੇਸ਼ਨ ਖਰਾਬ ਹੁੰਦੇ ਜਾਂਦੇ ਹਨ ਅਤੇ ਡਿਫਰੈਂਟ ਸਟੇਟ ਵੱਲੋਂ ਸਟੇਟ ਆਟੋਨੋਮੀ ਦੀ ਗੱਲ ਹੈ ਜਿਹੜੀ ਤਾਂ ਸਟੇਟ ਆਟੋਨੋਮੀ ਦੀ ਮੰਗ ਹੈ ਜਿਹੜੀ ਕੀਤੀ ਜਾਂਦੀ ਹੈ। ਜਿਵੇਂ ਅਸੀਂ ਮੀਨਿੰਗ 'ਚ ਪੜ੍ਹਿਆ ਸੀਗਾ ਕਿ ਸੈਂਟਰਲ ਵੱਲੋਂ ਕੀ ਹੈ ਰਾਜਾਂ ਦੀ ਸ਼ਕਤੀਆਂ ਵਿੱਚ ਦਖਲ ਅੰਦਾਜ਼ੀ ਨਾ ਕੀਤੀ ਜਾਣੀ ਸਟੇਟ ਆਟੋਨੋਮੀ ਹੁੰਦੀ ਹੈ। ਇਸ ਪ੍ਰਕਾਰ ਅਸੀਂ ਵੇਖਦੇ ਹਾਂ ਕਿ ਜਿਹੜੀਆਂ ਪਾਵਰਸ ਸਟੇਟਸ ਨੂੰ ਦਿੱਤੀਆਂ ਗਈਆਂ ਹਨ ਉਹਨਾਂ ਦੀ ਵਰਤੋਂ ਹੈ ਜਿਹੜੀ ਸਟੇਟ ਦੁਆਰਾ ਹੀ ਕੀਤੀ ਜਾਣੀ ਚਾਹੀਦੀ ਹੈ। ਰਾਜ ਨੂੰ ਜਨਤਾ ਦੇ ਕਲਿਆਣ ਲਈ ਕੰਮ ਕਰਨ ਦੀ ਸੁਤੰਤਰਤਾ ਹੈ ਜਿਹੜੀ ਉਹ ਹੋਣੀ ਚਾਹੀਦੀ ਹੈ। ਇਸ ਲਈ ਰਾਜਾਂ ਦੇ ਕੋਲ ਸ਼ਕਤੀਆਂ ਜਿਹੜੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਵਿੱਤ ਵੀ ਹੋਣਾ ਚਾਹੀਦਾ ਹੈ। ਜਦੋਂ ਤੱਕ ਰਾਜ ਆਰਥਿਕ ਮਾਮਲਿਆਂ ਵਿੱਚ ਸੁਤੰਤਰ ਨਹੀਂ ਹੁੰਦਾ ਉਦੋਂ ਤੱਕ ਜਿਹੜਾ ਸਟੇਟ ਆਟੋਨੋਮੀ ਨਹੀਂ ਹੋ ਸਕਦਾ।
ਰਾਜਾਂ ਦੀ ਖੁਦ ਮੁਖਤਿਆਰੀ ਲਈ ਇਹ ਜ਼ਰੂਰੀ ਹੈ ਕਿ ਰਾਜ ਵਿੱਤੀ ਮਾਮਲਿਆਂ ਵਿੱਚ ਸੈਂਟਰਲ ਤੇ ਨਿਰਭਰ ਨਾ ਰਵੇ ਕਿ ਹਰੇਕ ਸਟੇਟ ਨੂੰ ਇੰਨਾ ਵਿੱਤ ਜ਼ਰੂਰ ਦਿੱਤਾ ਜਾਣਾ ਚਾਹੀਦਾ ਹੈ ਕਿ ਜਿਸ ਅਧੀਨ ਕੀ ਹੈ ਉਹ ਆਪਣੇ ਫੈਸਲੇ ਖੁਦ ਲੈ ਸਕੇ, ਸੈਂਟਰਲ ਤੇ ਕਿਸੇ ਤਰ੍ਹਾਂ ਤੇ ਡਿਪੈਂਡ ਨਾ ਰਵੇ। ਸੈਂਟਰਲ ਦੀ ਸੁਤੰਤਰਤਾ ਅਤੇ ਪ੍ਰਸ਼ਾਸਕੀ ਸ਼ਕਤੀਆਂ ਦੀ ਵੀ ਘੱਟ ਹੋਣੀ ਚਾਹੀਦੀ ਹੈ ਕਿ ਇਹ ਸੈਂਟਰਲ ਕੋਲ ਪੋਲੀਟੀਕਲ ਪਾਵਰ ਅਤੇ ਐਡਮਿਨਿਸਟ੍ਰੇਟਿਵ ਪਾਵਰ ਹੈ ਜਿਹੜੀ ਉਹ ਵੀ ਘੱਟ ਕੀਤੀ ਜਾਣੀ ਚਾਹੀਦੀ ਹੈ। ਸੈਂਟਰਲ ਸਿਰਫ ਇਹ ਰਾਸ਼ਟਰੀ ਮਹੱਤਵ ਵਾਲੇ ਜਿਹੜੇ ਵਿਸ਼ੇ ਹੁੰਦੇ ਆ ਉਸ ਤੇ ਜਿਹੜੇ ਆਪਣਾ ਅਧਿਕਾਰ ਕਰ ਸਕਦਾ ਹੈ। ਬਾਕੀ ਸਾਰੇ ਵਿਸ਼ੇ ਜਿਹੜੇ ਸਟੇਟ ਦੇ ਅਧੀਨ ਹੋਣੇ ਚਾਹੀਦੇ ਹਨ। ਸਟੇਟਸ ਨੂੰ ਕੀ ਹੈ ਇੱਕ ਨਿਸ਼ਚਿਤ ਖੇਤਰ ਵਿੱਚ ਸੁਤੰਤਰਤਾ ਪੂਰਵਕ ਜਿਹੜਾ ਆਪਣਾ ਕੰਮ ਕਰਨ ਦੀ ਖੁਦ ਮੁਖਤਿਆਰੀ ਹੋਣੀ ਚਾਹੀਦੀ ਹੈ। ਠੀਕ ਹੈ। ਨੈਕਸਟ ਹੈ ਪੋਲਿਟਿਕਸ ਆਫ ਆਟੋਨੋਮੀ ਪੰਜਾਬ। ਭਾਰਤੀ ਰਾਜਨੀਤੀ ਵਿੱਚ ਪੰਜਾਬ ਦਾ ਇੱਕ ਮਹੱਤਵਪੂਰਨ ਸਥਾਨ ਹੈ। ਜਦੋਂ 1947 ਵਿੱਚ ਭਾਰਤ ਆਜ਼ਾਦ ਹੋਇਆ ਸੀ ਤਾਂ ਪੰਜਾਬ ਦੋ ਭਾਗਾਂ ਵਿੱਚ ਡਿਵਾਈਡ ਹੋ ਗਿਆ ਸੀ। ਠੀਕ ਹੈ। ਫਸਟ ਇਤਿਹਾਸਿਕ ਪੰਜਾਬ ਦਾ ਜ਼ਿਆਦਾਤਰ ਭਾਗ ਕੀ ਹੈ ਪਾਕਿਸਤਾਨ ਵੱਲ ਚਲਾ ਗਿਆ, ਜਿਸ ਨੂੰ ਕੀ ਹੈ ਲਹਿੰਦਾ ਪੰਜਾਬ ਕਹਿੰਦੇ ਹਨ, ਅਤੇ ਜਿਹੜਾ ਬਚਿਆ ਹੋਇਆ ਪੰਜਾਬ ਹੈ ਜਿਹੜਾ ਉਹ ਭਾਰਤ ਵਿੱਚ ਆ ਗਿਆ, ਜਿਸ ਨੂੰ ਅਸੀਂ ਚੜ੍ਹਦਾ ਹੋਇਆ ਪੰਜਾਬ ਕਹਿੰਦੇ ਹਨ। ਠੀਕ ਹੈ। ਪਾਕਿਸਤਾਨੀ ਪੰਜਾਬ ਨੇ ਸਿੱਖਾਂ ਦਾ ਸਾਥ ਛੱਡ ਦਿੱਤਾ ਅਤੇ ਉਹ ਕੀ ਹੈ ਉਹ ਪਾਕਿਸਤਾਨ ਵਿੱਚ ਆ ਗਏ, ਪਰੰਤੂ ਇਸ ਸਭ ਦੇ ਕਾਰਨ ਬਹੁਤ ਜ਼ਿਆਦਾ ਜਿਹੜਾ ਖੂਨ ਖਰਾਬਾ ਹੋਇਆ। ਇਸ ਵਿੱਚ ਸਭ ਤੋਂ ਜ਼ਿਆਦਾ ਕੀ ਹੈ ਸਿੱਖ ਕੌਮ ਦਾ ਨੁਕਸਾਨ ਹੋਇਆ। ਆਪਣੇ ਇਸ ਨੁਕਸਾਨ ਦੀ ਭਰਪਾਈ ਲਈ ਸਿੱਖਾਂ ਨੇ ਕੀ ਹੈ ਭਾਰਤ ਸਰਕਾਰ ਤੋਂ ਹਮੇਸ਼ਾ ਕੁਝ ਖਾਸ ਹਿੱਤਾਂ ਦੀ ਮੰਗ ਕੀਤੀ ਹੈ। ਪੰਜਾਬ ਦੇ ਇਤਿਹਾਸ ਵਿੱਚ ਸ਼੍ਰੀ ਅਕਾਲੀ ਦਲ ਦੀ ਬੇहद ਮਹੱਤਵਪੂਰਨ ਸਥਾਨ ਹੈ। ਇਸ ਦੀ ਸਥਾਪਨਾ ਜਿਹੜੀ 1920 ਵਿੱਚ SGPC ਦੀ ਰਾਜਨੀਤਿਕ ਸ਼ਾਖਾ ਦੇ ਰੂਪ ਵਿੱਚ ਹੋਇਆ ਸੀ। ਇਸ ਪ੍ਰਕਾਰ ਜਦੋਂ ਭਾਰਤ ਆਜ਼ਾਦ ਹੋਇਆ ਉਸ ਸਮੇਂ ਕੀ ਹੈ ਅੱਜ ਦਾ ਹਰਿਆਣਾ ਹੈ ਜਿਹੜਾ ਉਹ ਹਿਮਾਚਲ ਪ੍ਰਦੇਸ਼ ਵਿੱਚ ਅਤੇ ਚੰਡੀਗੜ੍ਹ ਪੰਜਾਬ ਦੇ ਹੀ ਭਾਗ ਸਨ, ਪਰੰਤੂ ਪੰਜਾਬੀਆਂ ਦੀ ਮੰਗ ਸੀ ਕਿ ਸਿੱਖ ਬਹੁਮਤ ਵਾਲੇ ਖੇਤਰਾਂ ਨੂੰ ਵੱਖ ਕਰਕੇ ਇੱਕ ਅਲੱਗ ਖੁਦ ਮੁਖਤਿਆਰ ਪ੍ਰਦੇਸ਼ ਬਣਾ ਦਿੱਤਾ ਜਾਵੇ। ਠੀਕ ਹੈ। ਜਿਸ ਅਧੀਨ ਕੀ ਹੋਇਆ ਕਿ ਸਥਾਪਨਾ ਦਿੱਤੀ ਜਾਵੇ ਤੇ ਇਸ ਵਿਸ਼ੇਸ਼ ਰਾਜ ਦਾ ਜਿਹੜਾ ਦਰਜਾ ਪ੍ਰਾਪਤ ਕੀਤਾ ਜਾਵੇ ਤਾਂ ਇਹ ਵਿਕਾਸ ਦੇ ਪੰਥ ਜ਼ਿਆਦਾ ਤੇਜ਼ੀ ਨਾਲ ਅੱਗੇ ਵਧਾ ਸਕਣ। ਕੀ ਹੈ ਜਦੋਂ ਸਿੱਖਾਂ ਵੱਲੋਂ ਇਹ ਕਿਹਾ ਗਿਆ ਕਿ ਉਹਨਾਂ ਦੇ ਜਿਹੜੇ ਜਿੱਥੇ ਸਿੱਖ ਜ਼ਿਆਦਾ ਰਹਿੰਦੇ ਹਨ ਜਾਂ ਪੰਜਾਬੀ ਲੋਕ ਜ਼ਿਆਦਾ ਰਹਿੰਦੇ ਹਨ ਤਾਂ ਉਹਨਾਂ ਸਟੇਟਸ ਨੂੰ ਅਲੱਗ ਕਰਕੇ ਜਿਹੜਾ ਆਪਣਾ ਇੱਕ ਅਲੱਗ ਸਟੇਟ ਬਣਾਈ ਜਾਵੇ। ਠੀਕ ਹੈ। ਜਦੋਂ ਇੰਡੀਆ ਆਜ਼ਾਦ ਹੋਇਆ ਸੀ ਉਸ ਸਮੇਂ ਕੀ ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਹੈ ਜਿਹੜੇ ਉਹ ਪੰਜਾਬ ਨਾਲ ਹੀ ਐਡ ਸਨ, ਪਰੰਤੂ ਹੌਲੀ ਹੌਲੀ ਜਦੋਂ ਸਿੱਖਾਂ ਵੱਲੋਂ ਇਹ ਮੰਗ ਕੀਤੀ ਜਾਣ ਲੱਗੀ ਕਿ ਜਿਹੜੇ ਪੰਜਾਬੀਆਂ ਦੇ ਸਟੇਟਸ ਜ਼ਿਆਦਾ ਹਨ ਉਹਨਾਂ ਨੂੰ ਅਲੱਗ ਕਰਕੇ ਕੀ ਪੰਜਾਬ ਅਲੱਗ ਬਣਾਇਆ ਜਾਵੇ ਤਾਂ ਸਿੱਖ ਬਹੁਮਤ ਵਾਲੇ ਖੇਤਰਾਂ ਨੂੰ ਕੀ ਇੱਕ ਅਲੱਗ ਜਿਹੜੀ ਪ੍ਰਦੇਸ਼ ਦੀ ਸਥਾਪਨਾ ਕੀਤੀ ਗਈ ਅਤੇ ਇਸ ਅਧੀਨ ਕੀ ਹੈ ਵਿਸ਼ੇਸ਼ ਰਾਜ ਦਾ ਦਰਜਾ ਜਿਹੜੇ ਉਹਨਾਂ ਨੂੰ ਦਿੱਤਾ ਜਾਵੇ। ਇਹ ਸਿੱਖਾਂ ਦੀ ਮੰਗ ਸੀ ਤੇ ਉਹ ਆਪਣੇ ਵਿਕਾਸ ਦੇ ਲਈ ਕੀ ਹੈ ਉਹਨਾਂ ਨੇ ਕਿਹਾ ਵੀ ਜਦੋਂ ਇਸ ਤਰ੍ਹਾਂ ਕੀ ਉਹ ਆਪਣੇ ਪੰਥ ਦੇ ਵਿਕਾਸ ਵੱਲ ਤੇਜ਼ੀ ਨਾਲ ਵਧਾ ਸਕਦੇ ਹਨ ਅਤੇ ਆਪਣੀ ਸੱਭਿਆਚਾਰ ਅਤੇ ਭਾਸ਼ਾ ਦਾ ਸੰਰਖਣ ਅਤੇ ਵਿਕਾਸ ਕਰ ਸਕਦੇ ਹਨ। ਜਦੋਂ 1950 ਵਿੱਚ ਰਾਜਾਂ ਦਾ ਪੁਨਰਗਠਨ ਹੋਇਆ ਉਦੋਂ ਵੀ ਪੰਜਾਬ ਦੇ ਸਿੱਖ ਗੁੱਟਾਂ ਨੇ ਇਹ ਮੰਗ ਉੱਤੇ ਜ਼ੋਰ ਦਿੱਤਾ ਕਿ ਉਦੋਂ ਰਾਜ ਪੁਨਰਗਠਨ ਅਜਿਹਾ ਨੂੰ ਵਿਕਾਈ ਵੱਧ ਖੁਦ ਮੁਖਤਿਆਰੀ ਦੀ ਮੰਗ ਨੂੰ ਅਸਵੀਕਾਰ ਕਰ ਦਿੱਤਾ ਗਿਆ, ਪਰੰਤੂ ਹਿਮਾਚਲ ਪ੍ਰਦੇਸ਼ ਨੂੰ ਪੰਜਾਬ ਤੋਂ ਵੱਖ ਕਰਕੇ ਇੱਕ ਯੂਟੀ ਦਾ ਦਰਜਾ ਦਿੱਤਾ ਗਿਆ। ਇੱਥੇ ਹਿੰਦੂ ਬਹੁ ਸੰਖਿਆ ਵਿੱਚ ਸਨ। ਠੀਕ ਹੈ। ਜਿਸ ਕਾਰਨ ਕਿ ਸਿੱਖਾਂ ਨੂੰ ਕੋਈ ਪ੍ਰਭਾਵ ਨਹੀਂ ਪਿਆ। ਅਕਾਲੀ ਦਲ ਨੇ ਕੀ ਹੈ 1956 ਦੇ ਬਾਅਦ ਸਿੱਖ ਬਹੁਮਤ ਵਾਲੇ ਅਲੱਗ ਪੰਜਾਬ ਦੀ ਮੰਗ ਕੀਤੀ। ਉਸ ਦੀ ਵਧੀਆ ਗੱਲ ਇਹ ਸੀ ਕਿ ਉਹਨਾਂ ਨੇ ਅਲੱਗ ਪੰਜਾਬ ਰਾਜ ਦੇ ਲਈ ਧਰਮ ਨੂੰ ਆਧਾਰ ਨਹੀਂ ਬਣਾਇਆ।
ਠੀਕ ਹੈ। ਅਕਾਲੀ ਦਲ ਦੇ ਨੇਤਾਵਾਂ ਨੇ ਆਪਣੇ ਅਲੱਗ ਰਾਜ ਦੀ ਮੰਗ ਦੇ ਲਈ ਹਮੇਸ਼ਾ ਭਾਸ਼ਾ ਨੂੰ ਆਧਾਰ ਬਣਾਇਆ ਹੈ। ਉਸ ਸਮੇਂ ਕਾਫੀ ਹੱਦ ਤੱਕ ਜਿਹੜੀ ਜਨਤਾ ਸੀਗੀ ਮਾਨਤਾ ਆਧਾਰ ਵੀ ਸੀ। 10 ਸਾਲਾਂ ਦੇ ਲੰਬੇ ਸੰਘਰਸ਼ ਦੇ ਬਾਅਦ ਕੀ ਹੋਇਆ, ਅੰਤ ਪੰਜਾਬੀਆਂ ਨੂੰ ਕਾਮਯਾਬੀ ਮਿਲੀ। 1 ਨਵੰਬਰ 1966 ਨੂੰ ਪੰਜਾਬ ਦਾ ਪੁਨਰਗਠਨ ਕੀਤਾ ਗਿਆ। ਪੰਜਾਬ ਬਹੁ ਇਲਨੇ ਦੇ ਲਈ ਅਲੱਗ ਪੰਜਾਬੀ ਹਿੰਦੀ ਭਾਸ਼ਾ ਹਰਿਆਣਵੀ ਭਾਸ਼ਾ ਦੇ ਇਲਾਕਿਆਂ ਦੇ ਲਈ ਹਰਿਆਣਵੀ ਰਾਜ ਦੀ ਸਥਾਪਨਾ ਜਿਹੜੀ ਉਹ ਕੀਤੀ ਗਈ। ਪੰਜਾਬੀਆਂ ਲਈ ਪੰਜਾਬ ਲਈ ਪੰਜਾਬੀ ਹਿੰਦੀ ਹਰਿਆਣਵੀ ਜਿਹੜੀ ਉਸ ਲਈ ਹਰਿਆਣੇ ਰਾਜ ਦੀ ਸਥਾਪਨਾ ਜਿਹੜੀ ਕੀਤੀ ਗਈ। ਚੰਡੀਗੜ੍ਹ ਨੂੰ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਜਿਹੜੀ ਬਣਾਇਆ ਗਿਆ। ਇਸ ਤਰ੍ਹਾਂ ਕੀ ਹੈ, ਇਸ ਨੂੰ ਯੂਟੀ ਦਾ ਦਰਜਾ ਜਿਹੜਾ ਦਿੱਤਾ ਗਿਆ। ਭਾਵੇਂ 1966 ਵਿੱਚ ਭਾਸ਼ਾ ਦੇ ਆਧਾਰ ਤੇ ਅਲੱਗ ਪੰਜਾਬ ਦੀ ਰਾਜ ਜਿਹੜਾ ਬਣਾ ਦਿੱਤਾ ਗਿਆ, ਪਰੰਤੂ ਹੁਣ ਵੀ ਕੁਝ ਪੰਜਾਬੀ ਇੱਕ ਅਲੱਗ ਖੁਦ ਮੁਖਤਿਆਰ ਦੇਸ਼ ਦੀ ਮੰਗ ਕਰ ਰਹੇ ਹਨ। ਇਸ ਮੰਗ ਨੇ ਖਾਲਿਸਤਾਨ ਅੰਦੋਲਨ ਨੂੰ ਜਨਮ ਦਿੱਤਾ। ਖਾਲਿਸਤਾਨ ਅੰਦੋਲਨ ਦੇ ਸਮਰਥਕ ਖਾਲਿਸਤਾਨ ਦੇ ਨਾਮ ਨਾਲ ਇੱਕ ਅਲੱਗ ਦੇਸ਼ ਦੀ ਸਥਾਪਨਾ ਕਰਨੀ ਚਾਹੁੰਦੇ ਸਨ। ਇਸ ਖਾਲਿਸਤਾਨ ਅੰਦੋਲਨ ਨੂੰ USA, UK, ਫਰਾਂਸ, ਕੈਨੇਡਾ ਜਿਹੇ ਦੇਸ਼ਾਂ ਵਿੱਚ ਸਮਰਥਨ ਮਿਲਿਆ। ਅਕਾਲੀ ਦਲ ਪਾਰਟੀ ਨੇ ਕਦੇ ਵੀ ਖਾਲਿਸਤਾਨ ਦਾ ਸਮਰਥਨ ਨਹੀਂ ਕੀਤਾ। ਅਕਾਲੀ ਦਲ ਸਿਰਫ ਖੁਦ ਮੁਖਤਿਆਰੀ ਦੀ ਮੰਗ ਕਰਦਾ ਆਇਆ ਹੈ। ਅਕਾਲੀ ਦਲ ਨੇ ਕੀ ਹੈ, ਜਦੋਂ 1967 ਤੋਂ ਪਹਿਲਾਂ ਖੁਦ ਮੁਖਤਿਆਰੀ ਦਾ ਪ੍ਰਸ਼ਨ ਕੀਤਾ ਸੀ ਜਾਂ ਮੰਗ ਕੀਤੀ ਸੀ, ਤਾਂ ਅਕਾਲੀ ਦਲ ਦੇ ਕਈ ਵਾਰ ਆਪਣੇ ਸੰਮੇਲਨਾਂ ਵਿੱਚ ਰਾਜਾਂ ਦੀ ਖੁਦ ਮੁਖਤਿਆਰੀ ਦੀ ਮੰਗ ਹੈ ਜਿਹੜੀ ਕੀਤੀ ਹੈ, ਨਾ ਕਿ ਖਾਲਿਸਤਾਨ ਦੀ। 17 ਅਕਤੂਬਰ 1966 ਨੂੰ ਅਕਾਲੀ ਦਲ ਦੀ ਕਾਰਜ ਸਮਿਤੀ ਨੇ ਇੱਕ ਪ੍ਰਸਤਾਵ ਪਾਸ ਕੀਤਾ, ਜੋ ਕਿ ਅਨੰਦਪੁਰ ਸਾਹਿਬ ਪ੍ਰਸਤਾਵ ਦੇ ਨਾਮ ਨਾਲ ਪ੍ਰਸਿੱਧ ਹੈ। ਪ੍ਰਸਤਾਵ ਦੇ ਵਿੱਚ ਇਹ ਕਿਹਾ ਗਿਆ ਕਿ ਨਵੇਂ ਪੰਜਾਬ ਵਿੱਚ ਸੈਂਟਰਲ ਸਰਕਾਰ ਦਾ ਅਧਿਕਾਰ ਖੇਤਰ ਦੇਸ਼ ਦੀ ਪ੍ਰਤਿਰੱਖਿਆ, ਵਿਦੇਸ਼ੀ ਮਾਮਲੇ, ਸੰਚਾਰ, ਰੇਲਵੇ, ਮੁਦਰਾ ਸੰਮਤੀ ਰਹਿਣਾ ਚਾਹੀਦਾ ਹੈ ਤੱਕ ਸੀਮਿਤ ਰਹਿਣਾ ਚਾਹੀਦਾ ਹੈ, ਕਿ ਸੈਂਟਰਲ ਵੱਲੋਂ ਕੀ ਹੈ, ਇਹ ਇਹਨਾਂ ਮਾਮਲਿਆਂ ਤੇ ਜਿਹੜੀ ਵਿਚਾਰਧਾਰਾ ਜਾਂ ਪਾਵਰਸ ਦਾ ਯੂਜ਼ ਹੈ ਜਿਹੜਾ ਕੀਤਾ ਜਾਣਾ ਚਾਹੀਦਾ ਹੈ। ਬਾਕੀ ਸਾਰੇ ਵਿਸ਼ੇ ਜਿਹੜੇ ਪੰਜਾਬ ਦੇ ਅਧੀਨ ਹੋਣੇ ਚਾਹੀਦੇ ਹਨ। ਉਹਨਾਂ ਨੂੰ ਅਜਿਹੇ ਵਿਸ਼ਿਆਂ ਤੇ ਆਪਣਾ ਸੰਵਿਧਾਨ ਬਣਾਉਣ ਦਾ ਅਧਿਕਾਰ ਹੋਵੇ। ਇਸ ਤੋਂ ਬਾਅਦ ਪੰਜਾਬ ਨੇ ਖੁਦ ਮੁਖਤਿਆਰੀ ਦੇ ਦਰਜੇ ਨੂੰ ਪਾਉਣ ਲਈ ਅਕਾਲੀ ਦਲ ਨੇ ਅਨੰਦਪੁਰ ਸਾਹਿਬ ਵਿੱਚ ਘੋਸ਼ਣਾ ਕੀਤੀ ਕਿ 1973 ਵਿੱਚ ਪੇਸ਼ ਕੀਤੀ। ਇਸ ਘੋਸ਼ਣਾ ਦੀਆਂ 7 ਪ੍ਰਮੁੱਖ ਮੰਗਾਂ ਸਨ। ਫਸਟ ਹੈ, ਚੰਡੀਗੜ੍ਹ ਨੂੰ ਪੂਰੀ ਤਰ੍ਹਾਂ ਪੰਜਾਬ ਨੂੰ ਸੌਂਪ ਦਿੱਤਾ ਜਾਵੇ। ਸੈਕੰਡ, ਹਰਿਆਣਾ ਦੇ ਪੰਜਾਬੀ ਭਾਸ਼ਾਈ ਇਲਾਕਿਆਂ ਨੂੰ ਪੰਜਾਬ ਵਿੱਚ ਸੀਮਿਤ ਕੀਤਾ ਜਾਵੇ। ਠੀਕ ਹੈ। ਥਰਡ ਪੁਆਇੰਟ ਹੈ, ਸੈਂਟਰਲ ਸਰਕਾਰ ਦੀ ਭੂਮਿਕਾ ਪੰਜਾਬ ਦੇ ਮਾਮਲੇ ਵਿੱਚ ਘੱਟ ਤੋਂ ਘੱਟ ਕੀਤੀ ਜਾਵੇ। ਸੰਵਿਧਾਨ ਦੇ ਵਿਕੇਂਦਰੀਕਰਨ ਦੇ ਸਿਧਾਂਤ ਨੂੰ ਜਿਹੜਾ ਸਹੀ ਅਰਥਾਂ ਵਿੱਚ ਅਪਣਾਇਆ ਜਾਵੇ। ਨੈਕਸਟ ਹੈ, ਭੂਮੀ ਸੁਧਾਰ ਉਦਯੋਗਿਕ ਵਿਕਾਸ ਦੇ ਲਈ ਪੰਜਾਬ ਵਿੱਚ ਕੰਮ ਕੀਤਾ ਜਾਵੇ ਅਤੇ ਪਛੜੇ ਲੋਕਾਂ ਦੇ ਉਥਾਨ ਲਈ ਯੋਜਨਾ ਜਿਹੜੀ ਬਣਾਈ ਜਾਣੀ ਚਾਹੀਦੀ ਹੈ। ਨੈਕਸਟ ਹੈ, ਆਲ ਇੰਡੀਆ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਜਿਹੜੀ ਕੀਤੀ ਜਾਣੀ ਚਾਹੀਦੀ ਹੈ। ਪੰਜਾਬ ਦੇ ਬਾਹਰ ਦੇ ਰਾਜਾਂ ਵਿੱਚ ਜੋ ਘੱਟ ਗਿਣਤੀ ਅਲਪ ਸੰਖਿਅਕ ਸਿੱਖ ਗੁਰਦੁਆਰੇ ਹਨ, ਉਹਨਾਂ ਦੇ ਅਧਿਕਾਰਾਂ ਦੀ ਪੂਰੀ ਤਰ੍ਹਾਂ ਰੱਖਿਆ ਕੀਤੀ ਜਾਣੀ ਚਾਹੀਦੀ ਹੈ। ਫੌਜ ਵਿੱਚ ਸਿੱਖਾਂ ਦੀ ਗਿਣਤੀ ਜਿਹੜੀ ਵਧਾਈ ਜਾਣੀ ਚਾਹੀਦੀ ਹੈ। ਇਸ ਤੋਂ ਬਾਅਦ ਦਿੱਲੀ, ਪੰਜਾਬ, ਹਰਿਆਣਾ ਵਿੱਚ ਵਿਆਪਕ ਰੂਪ ਵਿੱਚ ਸਿੱਖ ਵਿਰੋਧੀ ਦੰਗੇ ਜਿਹੜੇ ਸ਼ੁਰੂ ਹੋ ਗਏ। ਠੀਕ ਹੈ। ਕੇਵਲ ਦਿੱਲੀ ਵਿੱਚ ਹੀ 3000 ਸਿੱਖਾਂ ਦੀ ਹੱਤਿਆ ਜਿਹੜੀ ਕਰ ਦਿੱਤੀ ਗਈ। ਇਸ ਸਭ ਦੇ ਵਿਚਕਾਰ 1982 ਤੋਂ ਲੈ ਕੇ 1992 ਤੱਕ ਪੰਜਾਬ ਦੇ ਰਾਸ਼ਟਰਪਤੀ ਸ਼ਾਸਨ ਜਿਹੜਾ ਉਹ ਲੱਗ ਗਿਆ। ਸਿਰਫ 1985 ਵਿੱਚ ਥੋੜੇ ਜਿਹੇ ਸਮੇਂ ਲਈ ਵਿਧਾਨ ਸਭਾ ਦਾ ਗਠਨ ਹੈ ਜਿਹੜਾ
ਹੋਇਆ ਅਤੇ 1984 ਤੋਂ ਲੈ ਕੇ 1992 ਤੱਕ ਲਗਾਤਾਰ ਅਲਗਾਵਵਾਦੀ ਗਤੀਵਿਧੀਆਂ ਜਿਹੜੀਆਂ ਪੰਜਾਬ ਵਿੱਚ ਜਾਰੀ ਰਹੀਆਂ। ਇਹਨਾਂ ਨੂੰ ਖਤਮ ਕਰਨ ਲਈ ਭਾਰਤੀ ਸੈਨਾ ਆਪਰੇਸ਼ਨ ਵਰਡਰੋਸ ਕੀਤਾ ਗਿਆ। ਅਲਗਾਵਵਾਦੀਆਂ ਨੇ ਕਾਫੀ ਹੱਦ ਤੱਕ ਕਾਬੂ ਕਰ ਲਿਆ ਗਿਆ। ਠੀਕ ਹੈ, ਇਸ ਪ੍ਰਕਾਰ ਅਸੀਂ ਵੇਖਦੇ ਹਾਂ ਕਿ ਡਿਫਰੈਂਟ ਗਤੀਵਿਧੀਆਂ ਜਿਹੜੀਆਂ ਜਦੋਂ ਅਨੰਦਪੁਰ ਸਾਹਿਬ ਵਿੱਚ ਅਕਾਲੀ ਦਲ ਵੱਲੋਂ ਇਹ ਘੋਸ਼ਣਾ ਕੀਤੀ ਗਈ ਵੀ ਸਾਡੀਆਂ ਇਹ ਮੰਗਾਂ ਹੋਣੀਆਂ ਚਾਹੀਦੀਆਂ ਹਨ, ਤਾਂ ਉਹਨਾਂ ਮੰਗਾਂ ਨੂੰ ਲੈ ਕੇ ਜਿਹੜੀਆਂ ਕਈ ਦੰਗੇ ਫਸਾਦ ਹੋਏ ਦਿੱਲੀ ਵਿੱਚ ਕੇ ਤੇ ਦੇਖੋ ਵੀ ਇਕੱਲੇ 3000 ਸਿੱਖ ਹੀ ਮਾਰੇ ਗਏ ਉੱਥੇ। ਠੀਕ ਹੈ, ਇਹਨਾਂ ਸਿੱਖਾਂ ਦੀ ਹੱਤਿਆ ਕਰ ਦਿੱਤੀ ਗਈ ਅਤੇ ਇਸ ਪ੍ਰਕਾਰ ਕੇ 1985 ਤੋਂ ਲੈ ਕੇ 1992 ਤੱਕ ਕੀ ਹੈ ਰਾਸ਼ਟਰਪਤੀ ਸ਼ਾਸਨ ਹੈ ਜਿਹੜਾ ਉਹ ਲਗਾਇਆ ਗਿਆ। ਇਸ ਤਰ੍ਹਾਂ ਅਸੀਂ ਦੇਖਦੇ ਹਨ ਕਿ ਪੰਜਾਬ ਨੇ ਕੀ ਹੈ ਅਸ਼ਾਂਤੀ, ਆਰਥਿਕਤਾ, ਅਲਗਾਵਵਾਦ, ਆਤੰਕਵਾਦ ਦਾ ਜਿਹੜਾ ਦੌਰ ਦੇਖਿਆ ਅਤੇ ਜ਼ਾਹਿਰ ਜਿਹੀ ਗੱਲ ਹੈ ਕਿ ਇਸ ਤਰ੍ਹਾਂ ਦੇ ਹਾਲਾਤ ਵਿੱਚ ਪ੍ਰਦੇਸ਼ ਦੇ ਵਿਕਾਸ ਦੀ ਰਫ਼ਤਾਰ ਹੈ ਜਿਹੜੀ ਉਹ ਕਾਫੀ ਹੌਲੀ ਹੋ ਗਈ। ਠੀਕ ਹੈ, ਜਿਸ ਕਾਰਨ ਕਿ ਇਸ ਰਫ਼ਤਾਰ ਵਿੱਚ ਰੁਕਾਵਟ ਆਈ। ਇਹੀ ਕਾਰਨ ਹੈ ਕਿ ਭਾਰਤੀ ਕੁਦਰਤੀ ਸੰਸਥਾਵਾਂ ਵਿੱਚ ਭਰਪੂਰ ਪੰਜਾਬ 1981 ਵਿੱਚ ਕੀ ਹੈ ਜਨਗਣਨਾ ਹੋਈ ਤਾਂ ਭਾਸ਼ਾ ਦਾ ਮੁੱਦਾ ਹੈ ਜਿਹੜਾ ਇੱਕ ਵਾਰ ਫਿਰ ਤੋਂ ਗਰਮ ਹੋ ਗਿਆ ਅਤੇ ਇਸ ਪ੍ਰਕਾਰ ਕੀ ਹੈ ਉਹਦੇ ਸਮਰਥਕਾਂ ਨੇ ਇਸ ਗੱਲ ਦਾ ਵਿਆਪਕ ਰੂਪ ਵਿੱਚ ਪ੍ਰਚਾਰ ਕੀਤਾ ਕਿ ਪੰਜਾਬ ਦੇ ਲੋਕ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਹੀ ਦੱਸੇ। ਇੱਥੋਂ ਦੇ ਵਿਰੋਧ ਵਿੱਚ ਕਈ ਪੰਜਾਬੀ ਕਾਂਗਰਸ ਕੇਸਰੀ ਅਖਬਾਰ ਦੇ ਸੰਸਥਾਪਕ ਲਾਲ ਜਗਤ ਨਾਰਾਇਣ ਨੇ ਆਪਣੇ ਅਖਬਾਰ ਵਿੱਚ ਜਿਹੜਾ ਇੱਕ ਨੋਟ ਲਿਖਿਆ ਅਤੇ ਜਿਸ ਵਿੱਚ ਕੀ ਹੈ ਲੋਕਾਂ ਨੂੰ ਆਪਣੀ ਸਹੀ ਮਾਂ ਬੋਲੀ ਭਾਸ਼ਾ ਦੱਸਣ ਲਈ ਪ੍ਰੇਰਿਤ ਕੀਤਾ। ਇਸ ਤਰ੍ਹਾਂ ਅਸੀਂ ਦੇਖਦੇ ਹਨ ਕਿ ਪੰਜਾਬ ਵਿੱਚ ਰਾਜਨੀਤਿਕ, ਇਤਿਹਾਸਿਕ ਕਾਰਨਾਂ ਅਤੇ ਲਗਾਤਾਰ ਖੁਦ ਮੁਖਤਿਆਰੀ ਦੀ ਮੰਗ ਹੈ ਜਿਹੜੀ ਉੱਠਦੀ ਰਹੀ ਹੈ। ਲੇਕਿਨ ਖੁਸ਼ੀ ਦੀ ਗੱਲ ਇਹ ਹੈ ਕਿ ਪੰਜਾਬ ਵਿੱਚ ਅੱਜ ਸਥਿਤੀ ਸਧਾਰਨ ਬਣੀ ਹੋਈ ਹੈ। ਲੇਕਿਨ ਇਹ ਵੀ ਸੈਂਟਰਲ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਨੇ ਜੋ ਅਸ਼ਾਂਤੀ ਦਾ ਦੌਰ ਦੇਖਿਆ ਹੈ, ਜਿਸ ਦੇ ਕਾਰਨ ਉਸਦਾ ਵਿਕਾਸ ਰੁਕ ਚੁੱਕਾ ਹੈ, ਉਸਦੀ ਭਰਪਾਈ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ। ਇਸ ਤਰ੍ਹਾਂ ਕੀ ਹੈ ਸੈਂਟਰਲ ਹੈ ਜਿਹੜਾ ਸਟੇਟ ਹੈ ਜਿਹੜਾ ਇਹ ਸੈਂਟਰਲ ਤੇ ਸਟੇਟ ਵਿੱਚ ਕਿ ਜੇਕਰ ਸੰਬੰਧ ਵਧੀਆ ਹੋਣਗੇ ਤਾਂ ਦੋਨੋਂ ਹੀ ਕੀ ਹੈ ਆਪਣੇ ਆਪਣੇ ਪਾਵਰਸ ਦਾ ਯੂਜ਼ ਹੈ ਜਿਹੜਾ ਸਹੀ ਢੰਗ ਨਾਲ ਕਰ ਸਕਣਗੇ। ਪਰੰਤੂ ਜਦੋਂ ਦੋਨਾਂ ਵਿੱਚ ਕੀ ਹੈ ਜਿਹੜੀ ਸੈਂਟਰਲ ਵੱਲੋਂ ਕੀ ਹੈ ਕਿਸੇ ਤਰ੍ਹਾਂ ਦਾ ਦਬਾਓ ਜਾਂ ਖਿਚਾਓ ਵਾਲਾ ਰਿਲੇਸ਼ਨ ਨਿਭਾਇਆ ਜਾਂਦਾ ਹੈ ਤਾਂ ਅਤੇ ਸਟੇਟਸ ਵੱਲੋਂ ਕੀ ਉਸਦੀ ਜਿਹੜੇ ਫੈਸਲੇ ਹੁੰਦੇ ਆ ਉਹਨਾਂ ਨੂੰ ਨਕਾਰਿਆ ਜਾਂਦਾ ਹੈ ਤਾਂ ਕਿ ਇਹ ਦੋਵਾਂ ਵਿੱਚ ਕੀ ਹੈ ਰਿਲੇਸ਼ਨ ਖਰਾਬ ਹੁੰਦੇ ਹਨ, ਜਿਸ ਕਾਰਨ ਕੀ ਹੈ ਡਿਫਰੈਂਟ ਸਟੇਟ ਵੱਲੋਂ ਸਟੇਟ ਆਟੋਨੋਮੀ ਦੀ ਗੱਲ ਹੈ ਜਿਹੜੀ ਕੀਤੀ ਜਾਂਦੀ ਹੈ। ਜਿਵੇਂ ਕਿ ਅਸੀਂ ਪਹਿਲਾਂ ਹੀ ਵੇਖਿਆ ਹੋਇਆ ਹੈ ਕਿ ਜਦੋਂ ਉਹਨਾਂ ਦੀ ਘੋਸ਼ਣਾ ਵਿੱਚ ਉਹਨਾਂ ਦੀਆਂ 7 ਮੰਗਾਂ ਦੱਸੀਆਂ ਗਈਆਂ ਤਾਂ ਉਸ ਮੰਗਾਂ ਨੂੰ ਲੈ ਕੇ ਕੀ ਹੈ ਕਈ ਦੰਗੇ ਫਸਾਦ ਹੋਏ ਜਿਸ ਨਾਲ ਕੀ ਹੈ ਮਾਲੀ ਨੁਕਸਾਨ ਤਾਂ ਹੋਇਆ ਹੀ, ਜਾਨੀ ਨੁਕਸਾਨ ਵੀ ਕਾਫੀ ਦੇਖਣ ਨੂੰ ਮਿਲਿਆ ਅਤੇ ਇਸ ਪ੍ਰਕਾਰ ਕੀ ਹੈ ਇਸ ਪ੍ਰਕਾਰ ਦੇ ਜਿਹੜੇ ਮਤਭੇਦ ਹੈ ਜਿਹੜੇ ਉਹ ਰਿਲੇਸ਼ਨ ਨੂੰ ਸੁਧਾਰਦੇ ਨਹੀਂ ਬਲਕਿ ਹੋਰ ਜ਼ਿਆਦਾ ਵਿਗਾੜ ਦਿੰਦੇ ਹਨ। ਤਾਂ ਸਟੇਟਸ ਵੱਲੋਂ ਵੀ ਇਹ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਕਿ ਉਹ ਸੈਂਟਰਲ ਦਾ ਹੁਕਮ ਹੈ ਜਿਹੜਾ ਸਿਰ ਮੱਥੇ ਮੰਨਣ ਅਤੇ ਸਹੀ ਅਤੇ ਗਲਤ ਨੂੰ ਧਿਆਨ ਵਿੱਚ ਰੱਖ ਕੇ ਮੰਨਣ ਅਤੇ ਜਿਹੜੇ ਸੈਂਟਰਲ ਵੀ ਹੈ ਜਿਹੜੀ ਆਪਣੇ ਪਾਵਰਸ ਦਾ ਯੂਜ਼ ਹੈ ਜਿਹੜਾ ਸਹੀ ਢੰਗ ਨਾਲ ਅਤੇ ਸਟੇਟਸ ਦੀ ਜਿਹੜੀ ਸਿਚੁਏਸ਼ਨ ਹੈ ਜਿਹੜਾ ਟਾਈਮ ਹੈ ਜਾਂ ਉਹਨਾਂ ਦੇ ਜੋ ਵੀ ਭਾਸ਼ਾ, ਕਲਚਰ, ਸੱਭਿਆਚਾਰ ਹੈ ਜਿਹੜਾ ਉਹਨੂੰ ਧਿਆਨ ਵਿੱਚ ਰੱਖ ਕੇ ਕਰਨ ਅਤੇ ਇਸ ਤਰ੍ਹਾਂ ਕੀ ਹੈ ਦੋਨੋਂ ਸਟੇਟ ਅਤੇ ਜਿਹੜੀ ਸੈਂਟਰਲ ਹੈ ਇਹ ਦੋਵੇਂ ਮਿਲ ਕੇ ਜੇਕਰ ਵਧੀਆ ਢੰਗ ਨਾਲ ਕੰਮ ਕਰਦੇ ਹਨ ਤਾਂ ਇਸ ਨਾਲ ਕੀ ਹੈ ਡਿਵੈਲਪਮੈਂਟ ਵੀ ਪ੍ਰੋਪਰਲੀ ਵਧੀਆ ਹੋਵੇਗੀ ਅਤੇ ਜਿਹੜਾ ਦੇਸ਼ ਹੈ ਜਿਹੜਾ ਉਹ ਸਕਸੈਸ ਵਾਲੀ ਤਰੱਕੀ ਵਾਲੀ ਵੀ ਆਪਣੇ ਕਦਮ ਵਧਾ ਸਕੇਗਾ। So students, please like, share and subscribe my video. Thank you.